ਸਿੱਖ ਸੰਗਤ ਦੇ ਦਿਲਾਂ ਦੇ ਬੋਲ ਨੇ ਕਿ ਸਾਨੂੰ ਯਾਦ ਆਉਂਦੀ ਹੈ ਉਸ ਪਿਆਰੇ ਲਾਂਘੇ ਦੀ। ਸਤਿ ਸ਼੍ਰੀ ਅਕਾਲ ਜੀ, ਦਾ ਖਾਲਸ ਟੀਵੀ ਦੀ ਖਾਸ ਰਿਪੋਰਟ ਦੇ ਵਿੱਚ ਸਭ ਦਾ ਸਵਾਗਤ ਹੈ। ਸਿੱਖ ਸੰਗਤ ਦੇ ਦਿਲਾਂ ਦੇ ਬੋਲ ਨੇ ਕਿ ਸਾਨੂੰ ਯਾਦ ਆਉਂਦੀ ਹੈ ਉਸ ਪਿਆਰੇ ਲਾਂਘੇ ਦੀ, ਜਿਹੜਾ ਕਿ 9 ਨਵੰਬਰ 2019 ਨੂੰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਖੁੱਲਿਆ ਸੀ। ਪੂਰੇ 2 ਸਾਲ ਹੋ ਗਏ ਨੇ। ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਖੋਲਿਆ ਗਿਆ ਸੀ। ਗੁਰੂ ਨਾਨਕ ਪਾਤਸ਼ਾਹ ਦੇ ਇਸ ਅਸਥਾਨ ਦੇ ਦਰਸ਼ਨਾਂ ਦੇ ਲਈ ਇੱਕ ਇਤਿਹਾਸਿਕ ਕਾਰਨਾਮਾ ਕਿਹਾ ਜਾ ਸਕਦਾ ਹੈ, ਜਦੋਂ ਦੋਵੇਂ ਮੁਲਕਾਂ ਨੇ ਆਪੋ ਆਪਣੇ ਬਾਰਡਰ ਖੋਲ ਦਿੱਤੇ ਸੀ। ਦਰਸ਼ਨ ਕਰਨ ਵਾਲੀ ਸੰਗਤ ਦੇ ਲਈ ਇਹ ਲਾਂਘਾ ਪੂਰਾ ਦਿਨ ਖੁੱਲਿਆ ਰਹਿੰਦਾ ਸੀ। ਪਰ ਅਫਸੋਸ ਹੈ ਕਿ ਹੁਣ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਜਿਹੜੀ ਤਾਂਘ ਹੈ, ਜਿਹੜੀ ਸਿੱਕ ਹੈ, ਉਹ ਪੂਰੀ ਨਹੀਂ ਹੋ ਰਹੀ। ਬਹੁਤ ਸਮੇਂ ਤੋਂ ਲਾਂਘਾ ਬੰਦ ਹੈ। ਉਸ ਵਕਤ ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਆਪੋ ਆਪਣੀ ਧਰਤੀ ਤੇ ਖੜ ਕੇ ਲਾਂਘੇ ਦਾ ਉਦਘਾਟਨ ਕੀਤਾ ਸੀ, ਜਿਹੜਾ ਕਿ ਕੌਮਾਂਤਰੀ ਪੱਧਰ ਤੇ ਚਰਚਾ ਦਾ ਵਿਸ਼ਾ ਵੀ ਬਣਿਆ, ਕਿਉਂਕਿ ਬਹੁਤ ਘੱਟ ਹੁੰਦਾ ਜਦੋਂ ਦੋ ਮੁਲਕਾਂ ਦੇ ਵਿਚਾਲੇ ਕੰਡਿਆਲੀ ਤਾਰ ਤੋੜ ਦਿੱਤੀ ਜਾਵੇ, ਵੱਢ ਦਿੱਤੀ ਜਾਵੇ, ਕੱਟ ਦਿੱਤੀ ਜਾਵੇ, ਕੰਧਾਂ ਉਸਾਰੀਆਂ ਹੁੰਦੀਆਂ ਨੇ ਉਹ ਢਾਹ ਦਿੱਤੀਆਂ ਜਾਣ। ਪਰ 9 ਨਵੰਬਰ ਦਾ ਉਹ ਦਿਨ ਇਤਿਹਾਸਕ ਸੀ ਜਦੋਂ ਅਜਿਹਾ ਹੋਇਆ ਸੀ। ਇਹਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ। ਜਦੋਂ ਸਰਹੱਦ ਪਾਰ ਲਾਂਘੇ ਦਾ ਉਦਘਾਟਨ ਹੋਇਆ ਸੀ, ਖਾਸ ਕਰਕੇ ਉਸ ਦਿਨ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ। ਜਿਹੜੇ ਲੋਕ ਨਹੀਂ ਜਾ ਸਕਦੇ ਸੀ ਉਸ ਲਾਂਘੇ ਨੂੰ ਟੱਪ ਕੇ ਕਰਤਾਰਪੁਰ ਸਾਹਿਬ, ਕਿਉਂਕਿ ਇੱਕ ਜਿਹੜੀ ਗਿਣਤੀ ਹੈ ਉਹ ਮਿਥੀ ਹੋਈ ਸੀ, ਸਾਰੇ ਇੱਕੋ ਵਾਰੀ ਨਹੀਂ ਜਾ ਸਕਦੇ ਸੀ, ਤਾਂ ਸਾਰੇ ਨੇ ਜਿਹੜੇ ਸਾਡੇ ਵਰਗੇ ਉਹ ਟੀਵੀ ਦੇ ਮੂਹਰੇ ਜੁੜ ਕੇ ਬੈਠੇ ਸੀ ਉਹਨਾਂ ਇਤਿਹਾਸਿਕ ਪਲਾਂ ਨੂੰ ਦੇਖਣ ਦੇ ਲਈ। ਜਦੋਂ ਲਾਂਘੇ ਦਾ ਉਦਘਾਟਨ ਹੋਇਆ ਸੀ ਸਰਹੱਦੋਂ ਪਾਰ, ਹਾਲਾਂਕਿ ਉਨੀ ਕੁ ਸਰਹੱਦ ਮਿਟਾ ਦਿੱਤੀ ਗਈ ਸੀ ਤੇ ਭਾਵੁਕਤਾ ਤੇ ਖੁਸ਼ੀ ਦਾ ਉਹ ਸੁਮੇਲ ਹਰ ਕੋਈ ਮਹਿਸੂਸ ਹੀ ਕਰ ਸਕਦਾ ਸੀ। ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅੱਜ ਵੀ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ ਸੁਣਿਆ ਜਾ ਸਕਦਾ ਹੈ। ਜਿਹੜੇ ਉੱਥੇ ਜਾ ਕੇ ਬੋਲੇ ਸੀ ਉਹਨਾਂ ਨੂੰ ਸੁਣ ਕੇ ਮਹਿਸੂਸ ਕੀਤਾ ਜਾ ਸਕਦਾ ਹੈ। ਔਰ ਸਿੱਖ ਕੌਮ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੜੀਆਂ ਬਖਸ਼ਿਸ਼ਾਂ, ਇਹ ਡਾਲਰਾਂ ਦੀ ਪਰਵਾਹ ਨਹੀਂ ਕਰਦੀ, ਜਿੰਨੇ ਮਰਜ਼ੀ ਲੱਗ ਜਾਣ, ਪਰ ਲਾਂਘਾ ਜਿਹੜਾ ਹੈ ਉਹ ਖੁੱਲਣਾ ਚਾਹੀਦਾ। ਜਿੱਥੇ ਭਾਰਤ ਦੇ ਸਿੱਖਾਂ ਵਾਸਤੇ ਖੁੱਲਿਆ, ਉੱਥੇ ਪਾਕਿਸਤਾਨ ਦੇ ਸਿੱਖਾਂ ਵਾਸਤੇ ਵੀ ਇਹ ਲਾਂਘਾ ਜਿਹੜਾ ਹੈ ਉਹ ਜ਼ਰੂਰ ਖੁੱਲਣਾ ਚਾਹੀਦਾ ਹੈ। ਇੱਕ ਇਵੇਂ ਬਾਕੀ ਗੁਰਧਾਮਾਂ ਦੇ ਵੀ ਸਾਨੂੰ ਖੁੱਲੇ ਦਰਸ਼ਨ ਦਿਦਾਰੇ ਹੋਣ। ਔਰ ਆਖਰ ਦੇ ਵਿੱਚ ਅਕਾਲ ਪੁਰਖ ਅੱਗੇ ਅਰਦਾਸ, ਸੱਚੇ ਪਾਤਸ਼ਾਹ ਵਾਘੇ ਵਾਲੀ ਲੀਡ ਜਿਹੜੀ ਹੈ ਉਹ ਮੇਟ ਦੇ। ਸਿੱਖ ਕੌਮ ਹਮੇਸ਼ਾ ਜ਼ੁਲਮ ਦੇ ਖਿਲਾਫ ਰਹੀ ਹੈ। ਉਹ ਜ਼ੁਲਮ ਜਿਹੜਾ ਹੈ ਚਾਹੇ ਕਸ਼ਮੀਰ ਦੇ ਪੰਡਤਾਂ ਦੇ ਹੋਵੇ ਤੇ ਚਾਹੇ ਕਸ਼ਮੀਰ ਦੇ ਮੁਸਲਮਾਨਾਂ ਤੇ ਹੋਵੇ, ਸਿੱਖ ਕੌਮ ਨੇ ਹਮੇਸ਼ਾ ਜਿਹੜਾ ਹੈ ਉਹ ਡਟ ਕੇ ਵਿਰੋਧ ਕੀਤਾ ਹੈ ਔਰ ਵਿਰੋਧ ਕਰਦੀ ਰਹੇਗੀ। ਇਹ ਸਿੱਖ ਕੌਮ ਦਾ ਖਾਸਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨੇ ਸਿੱਖ ਕੌਮ ਦੇ ਉੱਤੇ। मैं आपके साथ यहाँ आज मुझे खुशी है कि मैंने आपके साथ ये दिन बनाया। ये जो पहली दफ़ा कश्मीर हिंदुस्तान से लोग आ सकते हैं यहाँ के, उनके लिए उनका मदीना, हम अंदाज़ा लगा सकते हैं कि आपको किस तरह के, आपके दिल में किस तरह के तासुरात हो रहे होंगे जो हमारे दिल में होते हैं जब हम मदीना जाते हैं। इसलिए मुझे खुशी है कि मैं आज इस दिन आपके साथ हूँ। मुझे ये उम्मीद है कि ये एक शुरुआत है। इंशाअल्लाह एक दिन हमारे रिलेशन, हमारे हालात हिंदुस्तान से एक वो होंगे जो होने चाहिए थे अगर हमारा कश्मीर का शुरू में मसले का हल हो जाता। और मैं ये भी देखता हूँ आगे कि ये जो नफरतें 70 साल से इस मसला हल ना होने की वजह से बर्रे सगीर में रहा है। मैं एक दिन देख रहा हूं कि हम भी जिस तरह फ्रांस और जर्मनी, उन्होंने कितनी जंगें लड़ी, कितने करोड़ लोग एक दूसरे के मरे, लेकिन आज जाके देखें फ्रांस और जर्मनी को, तिजारत करते हैं, बॉर्डर खुले हैं, खुशहाली है, कोई सोच भी नहीं सकता जंग का। इंशाअल्लाह जब ये हमारा मसला हल हो जाएगा कश्मीर का, कश्मीरियों को अपने हकूक मिल जाएंगे, इंशाअल्लाह ये बर्रे सगीर में भी उस तरह की खुशहाली आएगी, उस तरह ये हमारा सारा
सारा हमारा खिता उठेगा और इंशाअल्लाह वो दिन हम अल्लाह से दुआ करते हैं दूर नहीं है। 14 करोड़ सिखां दा दिलों निकलिया विश्वास है और जिउंदा जागदा इतिहास है। कोई नफा नुकसान देख के नहीं, कोई सौदेबाजी देख के नहीं, रब वास्ते अल्लाह वास्ते ए मेरे सोने यार ने कीता ही। और क्या मिलेगा मार के किसी को जान से, मारना हो तो मार डालो एहसान से। दुश्मन मर नहीं सकता कभी नुकसान से और सर उठा के चल नहीं सकता मरा हुआ एहसान से। मैं कहना खान साहब मेरी गल याद रखना, ਇਹ ਮੈਂ ਅੱਜ ਡੰਕੇ ਦੀ ਚੋਟ ਦੇ ਉੱਤੇ ਕਹਿ ਰਿਹਾ, ਇਸ ਸਿੱਖ ਕੌਮ ਨੇ ਜਿੱਥੇ ਤੁਹਾਨੂੰ ਲਿਜਾਣਾ ਹੈ ਤੁਹਾਡੀ ਸੋਚ ਨਹੀਂ ਜਾਂਦੀ, ਉੱਥੇ ਲਿਖ ਲਓ ਮੇਰੀ ਗੱਲ। 3 ਕਿਲੋਮੀਟਰ ਦੂਰ ਮੇਰਾ ਤਾਇਆ ਮਿੱਟੀ ਨੂੰ ਚੁੰਮ ਕੇ ਰੋਂਦਾ ਹੁੰਦਾ ਸੀਗਾ। ਜਦੋਂ ਬਟਵਾਰਾ ਹੋਇਆ ਉਦੋਂ ਬਾਅਦ ਪਹਿਲੀ ਵਾਰ ਤਾਰਾਂ ਗਿਰੀਆਂ ਨੇ, ਪਹਿਲੀ ਵਾਰ ਇਹ ਤਾਰਾਂ ਗਿਰੀਆਂ ਨੇ। 4 ਪੁਸ਼ਤਾਂ ਸਿੱਖਾਂ ਦੀਆਂ ਤਰਸਦੀਆਂ ਰਹੀਆਂ ਆਪਣੇ ਪਿਓ ਦੇ ਘਰ ਆਉਣ ਦੇ ਲਈ। ਇਹ ਸਿੱਖਾਂ ਦੇ 14 ਕਰੋੜ ਸਿੱਖਾਂ ਦੇ ਅਹਿਸਾਨ ਦਾ ਇੱਕੋ ਹੀ ਕਾਰਨ ਹੈ, ਇਮਰਾਨ ਖਾਨ ਤੇ ਹਿੰਦੁਸਤਾਨ ਦੇ ਵਿੱਚ 2 ਹੱਥ ਨਾਲ ਤਾੜੀ ਵਜਾਈ। ਸੋ ਇਹ ਭਾਵਨਾਵਾਂ ਦਾ ਵੇਗ ਸੀ ਜਿਹੜਾ 70 ਸਾਲ ਦੀਆਂ ਅਰਦਾਸਾਂ ਤੋਂ ਬਾਅਦ ਵਹਿ ਤੁਰਿਆ ਸੀ ਸਰਹੱਦ ਦੇ ਪਾਰ, ਯਾਨੀ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਅੰਦਰ ਜਿਹੜਾ ਸਮਾਗਮ ਹੋਇਆ ਸੀ। ਉਹ ਤਸਵੀਰਾਂ ਤੁਸੀਂ ਹੁਣੇ ਦੇਖੀਆਂ ਨੇ ਤੇ ਉੱਥੋਂ ਜਿਹੜੇ ਬੋਲ ਬੋਲੇ ਗਏ ਸੀ ਇਹਨਾਂ ਸ਼ਖਸੀਅਤਾਂ ਦੇ ਵੱਲੋਂ ਉਹ ਵੀ ਤੁਸੀਂ ਸੁਣੇ ਨੇ। ਜਥੇਦਾਰ ਹਰਪ੍ਰੀਤ ਸਿੰਘ ਖਾਸ ਤੌਰ ਤੇ ਪਹੁੰਚੇ ਹੋਏ ਸੀ। ਸੋ 9 ਨਵੰਬਰ ਨੂੰ ਲਾਂਘਾ ਖੁੱਲਿਆ ਸੀ ਤੇ 11 ਨਵੰਬਰ ਨੂੰ ਸਾਨੂੰ ਵੀ ਦਰਸ਼ਨਾਂ ਦਾ ਸੁਭਾਗ ਹਾਸਲ ਹੋਇਆ ਸੀ ਤੇ ਉਹਨਾਂ ਦਰਸ਼ਨਾਂ ਨੂੰ ਕਦੇ ਨਹੀਂ ਭੁੱਲ ਸਕਦੇ ਜ਼ਿੰਦਗੀ ਦੇ ਵਿੱਚ। 70 ਸਾਲ ਦੀਆਂ ਅਰਦਾਸਾਂ ਤੋਂ ਬਾਅਦ ਸੰਗਤ ਦੀਆਂ ਆਸਾਂ ਨੂੰ ਬੂਰ ਪਿਆ। ਵਿਚੋਲਾ ਚਾਹੇ ਕੋਈ ਵੀ ਬਣਿਆ, ਇਸ ਲਾਂਘੇ ਨੂੰ ਖੁੱਲਣ ਦਾ ਜਿਹੜਾ ਜ਼ਰੀਆ ਚਾਹੇ ਕੋਈ ਵੀ ਬਣਿਆ, ਪਰ ਸਿੱਖ ਸੰਗਤ ਹਮੇਸ਼ਾ ਮੰਨਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਰਹਿਮਤਾਂ ਹੋਈਆਂ ਨੇ ਕਿ ਇਹ ਲਾਂਘਾ ਖੁੱਲਿਆ ਹੈ। 1.5 ਸਾਲ ਪਹਿਲਾਂ ਕਰੋਨਾ ਕਰਕੇ ਬੰਦ ਕੀਤਾ ਗਿਆ ਲਾਂਘਾ ਮੁੜ ਖੁੱਲਣ ਦੇ ਵਿੱਚ ਹੀ ਨਹੀਂ ਆ ਰਿਹਾ, ਸਗੋਂ ਇਸ ਤੇ ਸਿਆਸਤ ਹੈ ਜਿਹੜੀ ਉਹ ਵੱਖਰੀ ਹੋ ਰਹੀ ਹੈ। ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ, ਉਹਨਾਂ ਨੇ ਅੱਜ ਲਾਂਘਾ ਖੁੱਲਣ ਦੇ 2 ਸਾਲ ਪੂਰੇ ਹੋਣ ਮੌਕੇ ਇਹ ਕਿਹਾ ਕਿ ਸੰਗਤ ਲਾਂਘਾ ਖੋਲਣ ਦੀਆਂ ਅਰਦਾਸਾਂ ਕਰ ਰਹੀ ਹੈ। ਸਰਕਾਰਾਂ ਨੇ ਜਿਹੜੀਆਂ ਉਹ ਅਰਦਾਸਾਂ ਨਹੀਂ ਕਰਦੀਆਂ, ਉਹਨਾਂ ਦੇ ਕੰਮ ਕੋਈ ਹੋਰ ਹੀ ਹੁੰਦੇ ਨੇ। ਕਹਿੰਦੇ ਮੇਰੇ ਸੀਐਮ ਚੰਨੀ ਸਾਹਿਬ ਨੂੰ ਬੇਨਤੀ ਹੈ ਕਿ ਤੁਹਾਡੇ ਸਿੱਧੂ ਦੀ ਬਾਜਵੇ ਨਾਲ ਬਣਦੀ ਹੈ, ਉਹ ਉਧਰ ਗੱਲ ਕਰ ਲਵੇ ਤੇ ਤੁਸੀਂ ਇੱਧਰ ਕਰ ਲਓ, ਯਾਨੀ ਕਿ ਤੁਹਾਡੀ ਸੈਂਟਰ 'ਚ ਗੱਲ ਬਣਦੀ ਹੈ ਤੇ ਸਿੱਧੂ ਦੀ ਪਾਕਿਸਤਾਨ ਬਾਜਵਾ ਦੇ ਨਾਲ ਜਿਹੜੀ ਹੈਗੀ ਉਹ ਕਾਫੀ ਬਣਦੀ ਹੈ। ਸੋ ਦੋਵੇਂ ਇੱਕ ਦੂਜੇ ਪਾਸੇ ਗੱਲ ਕਰ ਲਓ ਤੇ ਲਾਂਘਾ ਖੁਲਵਾ ਦਿਓ। ਲਾਂਘਾ ਤਾਂ ਜ਼ਰੂਰ ਖੁੱਲਣਾ ਚਾਹੀਦਾ, ਇਹ ਤਾਂ ਸਾਡੀ ਵੀ, ਅਸੀਂ ਵੀ ਇਹ ਅਰਦਾਸ ਬੇਨਤੀ ਕਰਕੇ ਆਏ ਹਾਂ, ਮਗਰ ਸਰਕਾਰਾਂ ਦਾ ਕੰਮ ਕੁਝ ਹੋਰ ਹੁੰਦਾ। ਦੇਖੋ ਮੇਰੀ ਅੱਜ ਕਾਂਗਰਸ ਨੂੰ ਬੇਨਤੀ ਹੈ ਕਿ ਤੁਹਾਡੇ ਪ੍ਰਧਾਨ ਦੀ ਠੋਕੋ ਤਾਲੀ ਦੀ ਉੱਥੇ ISI ਬਾਜਵੇ ਨਾਲ ਬੜਾ ਪਿਆਰ ਹੈ, ਇਹ ਉਧਰ ਗੱਲ ਕਰ ਲਵੇ ਤੇ ਸਰਕਾਰ ਇੱਧਰ ਗੱਲ ਕਰ ਲਵੇ, ਚੰਨੀ ਇੱਧਰ ਆਪਣਾ ਮੋਦੀ ਸਾਹਿਬ ਨਾਲ, ਤੇ ਗੱਲ ਮਸਲਾ ਹੱਲ ਹੋ ਜਾਏ ਗੁਰਸਿੱਖਾਂ ਦਾ। ਕਿਉਂਕਿ ਆਪਾਂ ਨੂੰ ਗੱਲ ਦੀ ਤਾਂ ਸਮਝ ਹੀ ਹੈ ਕੌਣ ISI ਤੋਂ ਕਿਹੜਾ ਕੰਮ ਮਸਲਾ ਹੱਲ ਕਰਾ ਸਕਦਾ। ਮਸਲਾ ਤਾਂ ਅਖੀਰ 'ਚ ਇੰਨਾ ਕਿ ਲਾਂਘਾ ਖੋਲਣਾ ਚਾਹੀਦਾ ਪੰਜਾਬੀਆਂ ਦਾ ਤਾਂ, ਜਾਂ ਗੁਰੂ ਨਾਨਕ ਨਾਮ ਲੇਵਾ ਦਾ ਤਾਂ ਇਹ ਆ ਤਰੀਕਾ, ਇਹੀ ਵਰਤ ਸਕਦੇ ਦੋਵੇਂ। ਤੇ ਇਸ ਲਾਂਘਾ ਖੁਲਵਾਉਣ ਦੇ ਵਿੱਚ ਵੱਡਾ ਜ਼ਰੀਆ ਬਣੇ ਸੀ ਨਵਜੋਤ ਸਿੰਘ ਸਿੱਧੂ। ਲਾਂਘਾ ਖੁਲਵਾਉਣ ਦਾ ਜਿਹੜਾ ਪ੍ਰੋਮਿਸ ਜਦੋਂ ਉਧਰੋਂ ਲੈ ਕੇ ਆਏ ਸੀ ਤਾਂ ਬਾਜਵੇ ਦੀ ਜਿਹੜੀ ਜੱਫੀ ਹੈ ਨਵਜੋਤ ਸਿੰਘ ਸਿੱਧੂ ਨੂੰ ਉਧਰ ਪਈ ਸੀ, ਉਸ ਨੂੰ ਲੈ ਕੇ ਭਾਰਤ ਦਾ ਜਿਹੜਾ ਕੌਮੀ ਮੀਡੀਆ ਹੈ ਤਿਲਮਿਲਾ ਉੱਠਿਆ ਸੀ ਤੇ ਕਾਫੀ ਤਰ੍ਹਾਂ ਦੇ ਜਿਹੜੇ ਇਲਜ਼ਾਮ ਨੇ ਨਵਜੋਤ ਸਿੰਘ ਸਿੱਧੂ ਦੇ ਸਿਰ ਤੇ ਮੜ ਦਿੱਤੇ ਗਏ ਸੀ। ਪਰ ਸ਼ਾਇਦ ਸਰਕਾਰਾਂ ਦੀ ਮਜਬੂਰੀ ਸੀ, ਵੋਟਾਂ ਦੀ ਮਜਬੂਰੀ ਸਭ ਤੋਂ ਵੱਡੀ ਮਜਬੂਰੀ ਹੁੰਦੀ ਹੈ ਤੇ ਉਸ ਕਰਕੇ ਇਧਰਲੀ ਸਰਕਾਰ ਤੇ ਉਧਰਲੀ ਸਰਕਾਰ ਦੋਵਾਂ ਸਰਕਾਰਾਂ ਨੂੰ ਇਹ ਲਾਂਘਾ ਖੋਲਣ ਦਾ ਜਿਹੜਾ ਅੱਕ ਚੱਬਣਾ ਹੀ ਪੈ ਗਿਆ ਸੀ। ਪਰ ਸੰਗਤ ਦੇ ਮਨ ਦੀਆਂ ਭਾਵਨਾਵਾਂ ਜ਼ਰੂਰ ਪੂਰੀਆਂ ਹੋ ਗਈਆਂ ਸੀ। ਸੋ ਅੱਜ ਵੀ ਨਵਜੋਤ ਸਿੰਘ ਸਿੱਧੂ ਡੇਰਾ ਬਾਬਾ ਨਾਨਕ ਪਹੁੰਚੇ, ਜਿੱਥੇ ਕਦੇ ਦਰਸ਼ਨੀ ਸਥਲ ਹੁੰਦਾ ਸੀ, ਤੇ ਉੱਥੇ ਜਾ ਕੇ ਸਿੱਧੂ ਨੇ ਕਿਹਾ ਕਿ ਮੈਂ ਭਾਰਤ ਦੇ ਗ੍ਰਹਿ ਮੰਤਰੀ ਨੂੰ ਅਪੀਲ ਕਰਦਾ ਕਿ ਉਦੋਂ ਵੀ ਲੱਖਾਂ ਵਿਰੋਧਾਂ ਦੇ ਬਾਵਜੂਦ ਲਾਂਘਾ ਖੁੱਲਿਆ ਸੀ ਤੇ ਖੁੱਲਣਾ ਹੀ ਖੁੱਲਣਾ। ਦਰਸ਼ਨੀ ਸਥਲ ਹੈ, ਕਹਿੰਦਾ ਜਿੰਨਾ ਚਿਰ ਲਾਂਘਾ ਨਹੀਂ ਖੋਲ ਸਕਦੇ ਮੁੜ ਤੋਂ ਦਰਸ਼ਨੀ ਸਥਲ ਹੀ ਖੋਲ ਦਿਓ। ਪੰਜਾਬ ਸਰਕਾਰ ਨੂੰ ਵੀ ਕਹਿੰਦੇ ਪਹਿਲ ਦੇ ਆਧਾਰ ਤੇ ਕੰਮ ਕਰਨਾ ਚਾਹੀਦਾ। ਘੱਟੋ ਘੱਟ ਇੱਥੇ 3-4 ਦੂਰਬੀਨਾਂ ਹਰ ਵਕਤ ਲੱਗਣੀਆਂ ਚਾਹੀਦੀਆਂ ਨੇ। ਜਿਹੜੀ ਵੀ ਸੰਗਤ ਹੈ ਜਿਹੜੀ ਉਧਰ ਲਾਂਘੇ ਰਾਹੀਂ ਨਹੀਂ ਜਾ ਸਕਦੀ, ਕਿਉਂਕਿ ਹਰ ਕਿਸੇ ਕੋਲੇ ਪਾਸਪੋਰਟ ਹੋਣਾ ਜ਼ਰੂਰੀ ਹੈ, ਵੀਜ਼ਾ ਲੱਗਣਾ ਜ਼ਰੂਰੀ ਨਹੀਂ ਹੁੰਦਾ, ਪਰ ਪਾਸਪੋਰਟ ਦਿਖਾਉਣਾ ਜ਼ਰੂਰੀ ਹੈ ਜੋ ਤੁਸੀਂ ਲਾਂਘਾ ਟੱਪ ਕੇ ਜਾਣਾ ਹੈ।
ਸੋ ਉਹ ਜਿਹੜੀ ਸੰਗਤ ਹੈਗੀ ਆ ਉਹਨਾਂ ਦੇ ਲਈ ਦਰਸ਼ਨੀ ਸਥਲ ਜ਼ਰੂਰ ਇੱਥੇ ਬਣਵਾ ਦਿਓ। ਲੈਂਡ ਪੋਰਟ ਅਥਾਰਟੀ ਦੇ ਵੱਲੋਂ ਇਹ ਬਣਾਇਆ ਜਾ ਸਕਦਾ ਹੈ। 100 ਮੀਟਰ ਚੌੜੀ ਤੇ 60 ਮੀਟਰ ਉੱਚੀ ਥਾਂ ਤੇ ਦਰਸ਼ਨੀ ਸਥਲ ਬਣਾਉਣ ਦੀ ਮੰਗ ਕੀਤੀ। ਕਹਿੰਦੇ ਮੈਂ ਗ੍ਰਹਿ ਮੰਤਰੀ ਨੂੰ ਚਿੱਠੀ ਵੀ ਲਿਖੂੰਗਾ। ਮੇਰੀ ਇਹ ਬੇਨਤੀ ਹੈ, ਇਹ ਰਿਕੁਐਸਟ ਹੈ ਹੋਮ ਮਿਨਿਸਟਰ ਨੂੰ ਔਰ ਭਾਰਤ ਸਰਕਾਰ ਨੂੰ ਕਿ ਤੁਹਾਡੇ ਸਿਕਿਉਰਿਟੀ ਰੀਜ਼ਨ ਹੋ ਸਕਦੇ, ਤੁਹਾਨੂੰ ਜ਼ਿਆਦਾ ਪਤਾ ਹੋਊਗਾ। ਮੈਂ ਤਾਂ ਬਾਬੇ ਦੀ ਮਿਹਰ ਦੇ ਵਿੱਚ ਵਿਸ਼ਵਾਸ ਰੱਖਦਾ। ਜਦੋਂ ਬਾਬੇ ਦੀ ਮਿਹਰ ਹੋਈ ਸੀ, ਲੱਖ ਵਿਰੋਧਾਂ ਦੇ ਬਾਵਜੂਦ ਵੀ ਇਹ ਲਾਂਘਾ ਖੁੱਲਿਆ ਸੀ ਔਰ ਇਹ ਲਾਂਘਾ ਖੁੱਲਣਾ ਹੀ ਖੁੱਲਣਾ, ਕਿਉਂਕਿ ਸਿੱਖਾਂ ਦੀ ਤਾਂਘ ਹੈ। ਸਿੱਖ ਇੱਥੋਂ ਊਰਜਾ ਲੈਂਦੇ ਆ। ਹਿੰਦੂ, ਮੁਸਲਮਾਨ, ਈਸਾਈ ਹਰ ਧਰਮ ਇਸ ਗੁਰੂਦੁਆਰੇ ਤੋਂ ਸੇਧ ਲੈਂਦਾ ਹੈ। ਜਗਤ ਗੁਰੂ ਹੈ ਬਾਬਾ ਜੀ। ਮੇਰੀ ਇਹ ਬੇਨਤੀ ਹੈ ਕਿ ਦਰਸ਼ਨ ਦੀਦਾਰੇ ਵਾਸਤੇ ਐਟਲੀਸਟ ਜੋ ਉਹ ਵਚਨ ਸੀ ਉਹ ਪੂਰਾ ਹੋਵੇ। ਦੇਰੀ ਕਿਉਂ ਸਮਝਦੇ ਹੋ, ਕਿਉਂ ਹੋ ਰਹੀ ਹੈ ਦੇਰੀ? ਦੇਖੋ, ਇਹਦਾ ਜਵਾਬ ਉਹ ਦੇ ਸਕਦੇ ਆ, ਲੇਕਿਨ ਮੈਂ ਇੱਕ ਚਿੱਠੀ ਵੀ ਲਿਖੂੰਗਾ, ਰਿਮਾਈਂਡਰ ਵੀ ਦੂੰਗਾ। ਅੱਛਾ, ਇਹ ਵੀ ਹੈ ਵੀ ਉਹਦੇ 'ਚ ਕੋਈ ਪੈਸੇ ਜ਼ਿਆਦਾ ਖਰਚ ਨਹੀਂ ਹੋਣੇ। ਇੱਕ ਥੋੜੀ ਜਿਹੀ ਇੱਛਾ ਸ਼ਕਤੀ ਦੀ ਗੱਲ ਹੈ, ਪੋਲੀਟੀਕਲ ਵਿਲ ਦੀ ਗੱਲ ਹੈ। ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਕੋਈ ਕੰਟਰੈਕਟ ਦੀ ਗੱਲ ਹੈ ਜਾਂ ਫਲਾਣੇ ਦੀ ਗੱਲ ਹੈ ਤੇ ਉਹ ਪੰਜਾਬ ਸਰਕਾਰ ਨੂੰ ਕਹਿਣ। ਤੇ ਮੈਂ ਇਹ ਤੁਹਾਨੂੰ ਗਾਰੰਟੀ ਦਿੰਦਾ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ਦੇ ਉੱਤੇ ਉਹ ਕੰਮ ਕਰਕੇ ਦੇਊਗੀ, ਕਿਉਂਕਿ ਘੱਟ ਤੋਂ ਘੱਟ ਨਹੀਂ 4-5 ਦੂਰਬੀਨਾਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ। ਇਹ ਬੰਦ ਵੀ ਹੁੰਦਾ ਕਿਸੇ ਕਾਰਨ ਵਰਸ਼, ਤੇ ਫਿਰ ਉਹ ਜਿਹੜੀ ਲੈਂਡ ਪੋਰਟ ਅਥਾਰਟੀ ਵਾਲੀ ਜਿਹੜੀ ਥਾਂ ਹੈ 100 ਮੀਟਰ ਚੌੜੀ 60 ਮੀਟਰ ਉੱਚੀ, ਉੱਥੇ ਆ ਕੇ ਹਰੇਕ ਬੰਦੇ ਨੂੰ ਇੰਨਾ ਅਖਤਿਆਰ ਹੋਵੇ ਕਿ ਉਹ ਬਾਬਾ ਜੀ ਦੇ ਦਰ ਦੇ ਖੁੱਲੇ ਦਰਸ਼ਨ ਦੀਦਾਰੇ ਕਰਕੇ ਜਾਵੇ। ਮੈਂ ਕਦੇ ਇਹਨਾਂ ਗੱਲਾਂ ਦੇ ਵਿੱਚ ਨਹੀਂ ਪਿਆ। ਮੈਂ ਤੇ ਇੰਨਾ ਕਹਿਣਾ ਵੀ 21 ਪੁਸ਼ਤਾਂ ਸਾਡੀਆਂ ਦੇਣਾ ਨਹੀਂ ਦੇ ਸਕਦੀਆਂ ਉਸ ਬਾਬਾ ਜੀ ਦੀ ਮਿਹਰ ਦੇ ਵੀ ਉਹਨੇ ਡਾਕੀਆ ਬਣਾਤਾ। ਸੋ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਇਹ ਲਾਂਘਾ ਖਾਸ ਤੌਰ ਤੇ ਖੋਲਿਆ ਗਿਆ ਸੀ। ਹਾਲਾਂਕਿ ਲਾਂਘਾ ਖੋਲਣ ਦੀ ਗੱਲ 1999 ਦੇ ਵਿੱਚ ਵੀ ਤੁਰੀ ਸੀ। ਉਸ ਵਕਤ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਹੁੰਦੇ ਸੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਹੁੰਦੇ ਸੀ। ਨਵੰਬਰ 2019 ਦੇ ਵਿੱਚ ਜੋ ਲਾਂਘਾ ਖੁੱਲਿਆ ਸੀ ਤਾਂ ਸ਼ਰਤਾਂ ਸਖਤ ਹੋਣ ਦੇ ਬਾਵਜੂਦ ਵੀ 12,000 ਦੇ ਕਰੀਬ ਸ਼ਰਧਾਲੂ ਦਰਸ਼ਨਾਂ ਦੇ ਲਈ ਪਹੁੰਚੇ ਸੀ। ਉਸ ਤੋਂ ਬਾਅਦ 128 ਦਿਨਾਂ ਦੇ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਉਧਰ ਦਰਸ਼ਨ ਕਰਕੇ ਆਈ ਸੀ। ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਇਸ ਵਾਰ ਵੀ ਖਾਸ ਸਮਾਗਮ ਉਲੀਕੇ ਗਏ ਨੇ ਤੇ ਲਾਂਘਾ ਖੋਲਣ ਦੀ ਅਰਦਾਸ ਹੈ ਜਿਹੜੀ ਉਹ ਸਿੱਖ ਸੰਗਤ ਦੇ ਵੱਲੋਂ ਕੀਤੀ ਜਾਏਗੀ। ਗੁਰਦੁਆਰਾ ਕਰਤਾਰਪੁਰ ਸਾਹਿਬ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ। ਪਿੰਡ ਕਰਤਾਰਪੁਰ ਰਾਵੀ ਦਰਿਆ ਦੇ ਪੂਰਬੀ ਕੰਢੇ ਤੇ ਵਸਿਆ ਹੋਇਆ, ਜਿੱਥੇ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਆਪਣੀ ਉਮਰ ਦੇ ਅਖੀਰਲੇ 18 ਵਰ੍ਹੇ ਗੁਜ਼ਾਰੇ ਸੀ। ਇਧਰਲੀ ਸੰਗਤ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਦੇ ਲਈ 4.5 ਕਿਲੋਮੀਟਰ ਤੋਂ ਵੀ ਲੰਬਾ ਜਿਹੜਾ ਵਿਸ਼ੇਸ਼ ਲਾਂਘਾ ਤਿਆਰ ਕੀਤਾ ਗਿਆ ਸੀ, ਪਰ ਕਰੋਨਾ ਕਰਕੇ ਇਸ ਨੂੰ ਜੂਨ 2020 ਤੋਂ ਬੰਦ ਕੀਤਾ ਹੋਇਆ। ਸ਼ੁਰੂ ਦੇ ਵਿੱਚ ਦੋਵਾਂ ਮੁਲਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਕਿਸਤਾਨ ਦੇ ਲਈ ਵੀਜ਼ਾ ਅਤੇ ਫੀਸ ਸਮੇਤ ਕਈ ਸ਼ਰਤਾਂ ਰੱਖੀਆਂ ਸੀ, ਪਰ ਬਾਅਦ ਵਿੱਚ ਕਈ ਸ਼ਰਤਾਂ ਹਟਾ ਦਿੱਤੀਆਂ ਗਈਆਂ ਸੀ। ਤੇ ਕੁਝ ਸਮਾਂ ਪਹਿਲਾਂ ਜਦੋਂ ਕਰੋਨਾ ਦਾ ਜਿਹੜਾ ਕਹਿਰ ਘਟ ਗਿਆ ਸੀ ਤਾਂ ਪਾਕਿਸਤਾਨ ਸਰਕਾਰ ਨੇ ਮੁੜ ਤੋਂ ਲਾਂਘਾ ਖੋਲਣ ਦੀ ਜਿਹੜੀ ਪੇਸ਼ਕਸ਼ ਹੈ ਉਹ ਕਰ ਦਿੱਤੀ ਹੈ, ਪਰ ਭਾਰਤ ਸਰਕਾਰ ਹਾਲੇ ਤੱਕ ਚੁੱਪ ਹੈ। ਦੋਵੇਂ ਮੁਲਕਾਂ ਦਰਮਿਆਨ ਸਹਿਮਤੀ ਨਹੀਂ ਬਣ ਸਕੀ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਮੇਂ-ਸਮੇਂ ਤੇ ਜਦੋਂ ਇਤਿਹਾਸਿਕ ਦਿਹਾੜੇ ਆਉਂਦੇ ਨੇ ਉਦੋਂ ਲਾਂਘਾ ਖੋਲਣ ਦੀ ਮੰਗ ਕਰਦੀ ਰਹੀ ਹੈ, ਭਾਰਤ ਸਰਕਾਰ ਨੂੰ ਅਪੀਲ ਕਰਦੀ ਰਹੀ ਹੈ ਕਿ ਲਾਂਘਾ ਮੁੜ ਤੋਂ ਖੋਲ ਦਿੱਤਾ ਜਾਵੇ, ਪਰ ਹਾਲੇ ਤੱਕ ਜਿਹੜਾ ਹੈਗਾ ਉਹ ਲਾਂਘਾ ਨਹੀਂ ਖੋਲਿਆ ਗਿਆ। ਕਰੋਨਾ ਦਾ ਸੰਕਟ ਵੀ ਖਤਮ ਹੋ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਕਈ ਵਾਰੀ ਭਾਰਤ ਸਰਕਾਰ ਨੂੰ ਤੇ ਪਾਕਿਸਤਾਨ ਸਰਕਾਰ ਨੂੰ ਅਪੀਲ ਕਰ ਚੁੱਕੇ ਨੇ, ਐਸਜੀਪੀਸੀ ਪ੍ਰਧਾਨ ਵੀ ਅਪੀਲਾਂ ਕਰ ਚੁੱਕੇ ਨੇ, ਪਰ ਹਾਲੇ ਤੱਕ ਕੋਈ ਅਪੀਲ ਦਲੀਲ ਕਿਸੇ ਦੀ ਸੁਣੀ ਨਹੀਂ ਗਈ। ਤੇ ਹੁਣ ਇਸੇ ਮਹੀਨੇ 19 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਤੇ ਇਸ ਮੌਕੇ ਵੀ ਜੇ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦੋਵੇਂ ਸਰਕਾਰਾਂ ਸਹਿਮਤੀ ਦੇ ਨਾਲ ਲਾਂਘਾ ਖੋਲ ਦਿੰਦੀਆਂ ਨੇ ਤਾਂ ਇਹ ਸੰਗਤ ਦੇ ਲਈ ਬੜੀ ਵੱਡੀ ਖੁਸ਼ੀ ਦੀ ਗੱਲ ਹੋਵੇਗੀ। ਕਰਤਾਰਪੁਰ ਦਾ ਲਾਂਘਾ ਖੋਲਦਿਆਂ ਹੀ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਮੁਲਕਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਹੈ ਜਿਹੜਾ ਇਸ ਲਾਂਘੇ ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਲੱਗੀ ਸੀ, ਪਰ ਹੁਣ ਤਾਂ ਮਤਲਬ ਕਈ ਮਹੀਨਿਆਂ ਤੋਂ ਨਹੀਂ 1.5 ਸਾਲ ਤੋਂ ਹੀ ਲਗਭਗ ਲਾਂਘਾ ਜਿਹੜਾ ਉਹ ਬੰਦ ਪਿਆ। ਸੋ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਧਾਮ ਹੈਗੇ ਨੇ, ਜਿਹੜੇ ਪੰਥ ਤੋਂ ਵਿਛੜੇ ਗੁਰਧਾਮ ਨੇ, ਉਹਨਾਂ ਦੇ ਦਰਸ਼ਨ ਦੀਦਾਰਿਆਂ ਦੇ ਲਈ, ਖੁੱਲੇ ਦਰਸ਼ਨ ਦੀਦਾਰਿਆਂ ਦੇ ਲਈ ਹਰ ਸਿੱਖ ਦੇ ਵੱਲੋਂ ਰੋਜ਼ਾਨਾ ਅਰਦਾਸ ਬੇਨਤੀ ਜੋਦੜੀ ਕੀਤੀ ਜਾਂਦੀ ਹੈ। ਅਰਦਾਸ ਕਦੇ ਵੀ ਅਜਾਈ ਨਹੀਂ ਜਾਂਦੀ। ਭਰੋਸਾ ਕਰਦੇ ਹਾਂ ਲਾਂਘਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋਂ ਪਹਿਲਾਂ ਖੁੱਲ ਜਾਏਗਾ। ਧੰਨਵਾਦ।